ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਆਪਣੀ ਸੁਰਤ ਨੂੰ ਇਤਿਹਾਸ ਦੇ ਵਿੱਚ ਮਾਰਚ ਕਰਾਉਂਦੇ ਹਾਂ ਤਾਂ ਪਿਛਲੇ 500 ਸਾਲਾਂ ਦੇ ਸਿੱਖ ਇਤਿਹਾਸ ਦੇ ਵਿੱਚ ਅਜਿਹਾ ਕੋਈ ਵੀ ਸਾਨੂੰ ਵਾਕਿਆ ਨਹੀਂ ਮਿਲਦਾ ਜਿਸ ਜਗ੍ਹਾ ਸਿੱਖ ਸੰਗਤ ਨੇ ਨਤਾਣਿਆਂ ਦੀ ਲਤਾੜਿਆਂ ਦੀ ਬਾਂਹ ਨਾ ਫੜੀ ਹੋਵੇ। ਇਸ 500 ਸਾਲ ਦੇ ਇਤਿਹਾਸ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਕੁਦਰਤੀ ਅਤੇ ਦੁਨਿਆਵੀ ਆਫਤਾਂ ਆਈਆਂ। ਗੁਰੂ ਸਾਹਿਬਾਨ ਨੇ ਅਤੇ ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਦੇ ਖਾਲਸੇ ਨੇ ਉਹਨਾਂ ਨਤਾਣਿਆਂ ਅਤੇ ਲਤਾੜਿਆਂ ਦੀ ਬਾਂਹ ਫੜੀ ਜਿੱਥੇ ਇਹ ਆਫਤਾਂ ਆਈਆਂ। ਅੱਜ ਇਸੇ ਹੀ ਤਰ੍ਹਾਂ ਦੀ ਇੱਕ ਆਫਤ ਦੁਨੀਆ ਭਰ ਦੇ ਵਿੱਚ ਆਈ ਹੋਈ ਆ, ਉਹ ਹੈ ਕੋਵਿਡ-19 ਦੀ ਮਹਾਮਾਰੀ। ਇਸ ਮਹਾਮਾਰੀ ਨੇ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ। ਇਸ ਹਾਹਾਕਾਰ ਦੇ ਕਾਰਨ ਦੁਨੀਆ ਦੇ ਵੱਡੇ ਵੱਡੇ ਅਰਥ ਸ਼ਾਸਤਰੀ ਆਪਣੀਆਂ ਜੁਗਤਾਂ ਲਾ ਰਹੇ ਨੇ ਕਿ ਕਿਵੇਂ ਅਸੀਂ ਇਕੋਨਮੀ ਨੂੰ ਬਚਾਉਣਾ ਹੈ। ਉੱਥੇ ਦੁਨੀਆ ਭਰ ਦੇ ਵਿੱਚ ਗੁਰੂ ਕਾ ਖਾਲਸਾ ਆਪਣੇ ਲੰਗਰਾਂ ਦੀ ਪ੍ਰਵਾਹ ਚਲਾ ਰਿਹਾ ਹੈ। ਸੋ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਖਾਲਸੇ ਨੇ ਦੇਗ ਅਤੇ ਤੇਗ ਦੀ ਜਿਹੜੀ ਫਤਿਹ ਕੀਤੀ ਆ, ਇਸ ਵਕਤ ਵੀ ਉਹ ਆਪਣੀ ਦੇਗ ਦੇ ਨਾਲ ਭੁੱਖਾਂ ਦੇ ਉੱਤੇ ਫਤਿਹ ਹਾਸਲ ਕਰ ਰਿਹਾ ਹੈ। ਇਸੇ ਦੇ ਤਹਿਤ ਹੀ ਆਸਟ੍ਰੇਲੀਆ ਦੇ ਵੱਖ-ਵੱਖ ਗੁਰੂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤਾਂ ਦੇ ਵੱਲੋਂ ਲੰਗਰ ਲਾਏ ਜਾ ਰਹੇ ਨੇ। ਉਸ ਦੇ ਨਾਲ ਦੀ ਨਾਲ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੀ, ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਹ ਸੇਵਾਵਾਂ ਚਲਾਈਆਂ ਜਾ ਰਹੀਆਂ ਨੇ। ਅੱਜ ਅਸੀਂ ਟਾਰਨੇਟ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਾਂ, ਜਿੱਥੇ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਜਿਹੜੇ ਵਲੰਟੀਅਰਸ ਨੇ, ਜਿਹੜੇ ਸੇਵਾਦਾਰ ਨੇ, ਉਹ ਲੰਗਰ ਦਾ ਪ੍ਰਵਾਹ ਚਲਾ ਰਹੇ ਨੇ। ਘਰਾਂ ਦੇ ਵਿੱਚ ਰਸਦਾਂ ਪਹੁੰਚਦੀਆਂ ਕਰ ਰਹੇ ਨੇ, ਘਰਾਂ ਦੇ ਵਿੱਚ ਗਰਮ ਖਾਣੇ ਮੁਹੱਈਆ ਕਰਵਾ ਰਹੇ ਨੇ। ਸੋ ਕਿਸ ਤਰ੍ਹਾਂ ਇਹ ਸਾਰਾ ਪ੍ਰਚਲਨ ਚੱਲਦਾ ਏ, ਅੱਜ ਅਸੀਂ ਇਸ ਥੋੜ੍ਹੇ ਜਿਹੇ ਮਿੰਟਾਂ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਉਮੀਦ ਆ ਤੁਹਾਨੂੰ ਇਹ ਦੇਖ ਕੇ ਉਹਨਾਂ ਦਾ ਜਿਹੜਾ ਚਾਅ ਆ ਲੰਗਰ ਵਰਤਾਉਣ ਦਾ, ਉਸ ਦੇ ਦਰਸ਼ਨ ਹੋਣਗੇ ਹੀ, ਉੱਥੇ ਹੀ ਖਾਲਸੇ ਦੀ ਮਹਿਮਾ ਦਾ ਵੀ ਹੋਰ ਪਤਾ ਲੱਗੇਗਾ। ਸੋ ਆਓ ਜੀ ਦੇਖਦੇ ਹਾਂ। ਸੋ ਆਓ ਜੀ ਅਸੀਂ ਗੱਲਬਾਤ ਕਰਦੇ ਹਾਂ ਸੇਵਾਦਾਰ ਪ੍ਰੀਤਮ ਸਿੰਘ ਹੋਰਾਂ ਦੇ ਨਾਲ, ਜਿਹੜੇ ਪਿਛਲੇ 2 ਮਹੀਨਿਆਂ ਤੋਂ ਇੱਥੇ ਸੇਵਾ ਕਰ ਰਹੇ ਨੇ। ਸੋ ਪ੍ਰੀਤਮ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ 2 ਮਹੀਨੇ ਮੈਂ ਇੱਕ ਸਿੱਧਾ ਜਿਹਾ ਜਿਹੜਾ ਇੱਥੇ ਅੰਕੜਾ ਦੇਤਾ ਗਾ ਕਿ ਇੰਨੇ ਸਮੇਂ ਤੋਂ ਜਿਹੜੀ ਇਹ ਸੇਵਾ ਚੱਲ ਰਹੀ ਆ। 23 ਤਰੀਕ ਦੇ ਨੇੜੇ ਆਸਟ੍ਰੇਲੀਆ ਦੇ ਵਿੱਚ 23 ਮਾਰਚ ਤੇ ਲੋਕਡਾਊਨ ਹੁੰਦਾ ਗਾ। ਸੋ ਕਿੰਨੇ ਕੁ ਦਿਨਾਂ ਬਾਅਦ ਜਿਹੜੀ ਇਹ ਸੇਵਾ ਗੀ ਸ਼ੁਰੂ ਕਰਤੀ ਸੀ, ਤੇ ਇੱਕ ਇਹ ਸੇਵਾ ਵੀ ਨਵੇਂ ਤਰ੍ਹਾਂ ਦੀ ਸੀ, ਭਾਵ ਕਿ ਲੰਗਰ ਸੰਗਤਾਂ ਇੱਥੇ ਬੈਠ ਕੇ ਛਕਦੀਆਂ ਨੇ, ਪਰ ਇੱਥੇ ਤੁਸੀਂ ਘਰਾਂ ਦੇ ਵਿੱਚ ਜਾ ਕੇ ਲੰਗਰ ਪ੍ਰੋਵਾਈਡ ਕਰਵਾਉਣਾ ਸੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਅਰਾਊਂਡ 23 ਤਰੀਕ ਦੇ ਨੇੜੇ, ਉਸ 23 ਤਰੀਕ ਦੀ ਹੋਈ ਗੱਲ ਹੈ ਕਿ ਜਦੋਂ ਰਿਸਟ੍ਰਿਕਸ਼ਨਸ ਲਾਉਣੀਆਂ ਸ਼ੁਰੂ ਕੀਤੀਆਂ ਤੇ ਹਲੇ ਗੁਰਦੁਆਰਾ ਸਾਹਿਬ ਚੱਲ ਰਿਹਾ ਸੀ ਉਸ ਟਾਈਮ, ਤੇ ਇੱਕ ਕਿਸੇ ਵੀਰ ਦਾ ਫੋਨ ਆਇਆ ਗੁਰਦੁਆਰਾ ਸਾਹਿਬ ਦੇ ਫੋਨ ਤੇ ਕਿ ਜੀ ਮੈਨੂੰ ਲੰਗਰ ਦੀ ਲੋੜ ਹੈ ਤੇ ਮੈਂ ਗੁਰਦੁਆਰਾ ਸਾਹਿਬ ਵੱਲ ਆ ਰਿਹਾ, ਤੇ ਜੇ ਲੰਗਰ ਬਣਿਆ ਤਾਂ ਮੈਂ ਪਹੁੰਚ ਕੇ ਉੱਥੋਂ ਲੰਗਰ ਪਿਕ ਕਰ ਸਕਦਾ। ਤਾਂ ਉਹਨੂੰ ਜਦ ਪੁੱਛਿਆ ਗਿਆ ਵੀ ਕਿੱਥੇ ਕੋ, ਤਾਂ ਉਹ ਕਹਿੰਦਾ ਜੀ 40 ਕੁ ਮਿੰਟ ਦੂਰ ਹੈ, ਮੈਂ 40 ਕੁ ਮਿੰਟ ਲੱਗਣੇ ਵਾਕ ਕਰਕੇ ਆਉਣ ਨੂੰ ਜੀ। ਤਾਂ ਉਸੇ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਇੱਥੇ, ਉਹਨਾਂ ਨੇ ਇੱਕ ਕਮੇਟੀ ਮੈਂਬਰ ਉਹਨਾਂ ਨਾਲ ਗੱਲ ਕੀਤੀ, ਤੇ ਉਹ ਕਹਿੰਦੇ ਜੀ ਨਹੀਂ, ਉਹਨਾਂ ਨੂੰ ਕਹੋ ਬਈ ਉਹ ਜਿੱਥੇ ਵੀ ਹੈਗੇ ਨੇ ਉਹ ਆਪਦਾ ਐਡਰੈਸ ਦੇ ਦੇਣ ਤੇ ਅਸੀਂ ਉੱਥੇ ਆ ਕੇ ਤੁਹਾਨੂੰ ਲੰਗਰ ਪਹੁੰਚਦਾ ਕਰਾਂਗੇ ਜੀ। ਤਾਂ ਉਸੇ ਤੋਂ ਹੀ ਇਹ ਗੱਲ ਚੱਲ ਪਈ ਕਿ ਆਪਾਂ ਨੂੰ ਜੇ ਇੱਕ ਵੀਰ ਦਾ ਫੋਨ ਆਇਆ ਤੇ ਕਈ ਹੋਰ ਵੀ ਹੋਣਗੇ ਜਿਹੜੇ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਭਵਿੱਖ ਦੇ ਵਿੱਚ ਸਾਨੂੰ ਇਸ ਤਰ੍ਹਾਂ ਜਿਹੜਾ ਸਾਰਾ ਲੰਗਰ ਦਾ ਪ੍ਰਚਲਨ ਹੈ ਉਹ ਇਸ ਤਰ੍ਹਾਂ ਕਰਨਾ ਪਊਗਾ। ਹਾਂਜੀ, ਇਹ ਜਿਹੜਾ ਇੰਪੈਕਟ ਉੱਥੋਂ ਅੰਦਾਜ਼ਾ ਲੱਗ ਚੁੱਕਿਆ ਸੀ, ਇੰਪੈਕਟ ਕਿਸ ਤਰ੍ਹਾਂ ਦਾ ਹੋਣਾ ਹੈ ਇਸ ਰਿਸਟ੍ਰਿਕਸ਼ਨਸ ਦਾ ਜੀ। ਤੇ ਜ਼ਿਆਦਾਤਰ ਕਿਉਂਕਿ ਆਪਣੇ ਜਿਹੜੇ ਵੀਰ ਭੈਣਾਂ ਇੱਥੇ ਨੇ, ਓਵਰਸੀਜ਼ ਸਟੂਡੈਂਟਸ ਨੇ, ਰੈਸਟੋਰੈਂਟਸ ਬੰਦ ਹੋਣ ਕਰਕੇ ਉਹਨਾਂ ਦੀਆਂ ਜੋਬਾਂ ਆਲਰੇਡੀ ਕਈ ਜਾ ਚੁੱਕੀਆਂ ਸੀਗੀਆਂ, ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉਸੇ ਦਿਨ ਫਿਰ ਡਿਸਾਈਡ ਕੀਤਾ ਗਿਆ ਵੀ ਆਪਾਂ ਨੂੰ ਅੱਜ ਤੋਂ ਹੀ ਇੱਥੋਂ ਲੰਗਰ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ ਕਿ ਜੇ ਕਿਸੇ ਕੋਲ ਕਾਰ ਹੋਵੇ ਤਾਂ ਉਹ ਪਿਕ ਕਰ ਸਕਦਾ, ਤੇ ਜਿਨ੍ਹਾਂ ਕੋਲ ਨਾ ਹੋਏਗੀ ਤਾਂ ਆਪਾਂ ਡਿਲੀਵਰੀ ਦੀ ਅਰੇਂਜਮੈਂਟ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਰੋਕਦਾ, ਕਿਉਂਕਿ ਜਿਹੜੀ ਲੰਗਰ ਸੇਵਾ ਹਰ ਦੀਵਾਨ ਦੇ ਵਿੱਚ ਚੱਲਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਸਦੀਆਂ ਤੋਂ ਉਸੇ ਤਰ੍ਹਾਂ ਹੀ ਚੱਲ ਰਹੀ ਆ ਕਿ ਇੱਥੇ ਬੈਠ ਕੇ ਛਕਦੀਆਂ ਨੇ ਸੰਗਤਾਂ। ਪਰ ਇੱਥੇ ਜਿਹੜੇ ਸੇਵਾਦਾਰ ਸੀ
ਉਹਨਾਂ ਨੂੰ ਉਹਨਾਂ ਦੇ ਲਈ ਵੀ ਇੱਕ ਕਾਫੀ ਵੱਡਾ ਆਪਾਂ ਕਹੀਏ ਕਿ ਚੈਲੰਜ ਸੀ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਲੰਗਰ ਪ੍ਰੋਵਾਈਡ ਕਰਾਉਣਾ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ। ਸੋ ਇਸ ਨੂੰ ਤੁਸੀਂ ਕਿਵੇਂ ਅਮਲ ਦੇ ਵਿੱਚ ਲਿਆਂਦਾ, ਕਿਉਂਕਿ ਜਿਹੜੀਆਂ ਰਿਸਟ੍ਰਿਕਸ਼ਨ ਵੀ ਬਹੁਤ ਸੀ ਅਤੇ ਬਾਹਰ ਇਸ ਤਰ੍ਹਾਂ ਬਿਨਾਂ ਗੱਲ ਤੋਂ ਕੋਈ ਵਿਜ਼ਿਟ ਵੀ ਨਹੀਂ ਸੀ ਕਰ ਸਕਦਾ, ਜਾਂ ਆਪਾਂ ਕਹੀਏ ਕਿ ਸਰਕਾਰ ਦੇ ਵੱਲੋਂ ਵੀ ਕੁਝ ਰਿਸਟ੍ਰਿਕਸ਼ਨਸ ਹੋਣਗੀਆਂ। ਸੋ ਕਿਵੇਂ ਇਹਨੂੰ ਸਾਰਾ ਤੁਸੀਂ ਅਮਲ ਦੇ ਵਿੱਚ ਲਿਆਂਦਾ, ਕੋਈ ਪਰਮਿਸ਼ਨ ਲਈ ਜਾਂ ਤੁਸੀਂ ਇਨਫੋਰਮ ਕੀਤਾ? ਇਹਦੇ ਵਿੱਚ ਪਹਿਲਾਂ ਤਾਂ ਕੁਝ ਕੁ ਦਿੱਕਤਾਂ ਆਈਆਂ ਇਹਨੂੰ ਮੈਨੇਜ ਸਟਾਰਟ ਕਰਨ ਵਾਸਤੇ, ਤੇ ਫਿਰ ਸਪੈਸ਼ਲੀ ਜਿਹੜੀਆਂ ਗਾਈਡਲਾਈਨ ਸੀਗੀਆਂ ਗਵਰਨਮੈਂਟ ਦੀਆਂ ਕਿ 1.5 ਮੀਟਰ ਦੂਰ ਰਹਿਣਾ, ਤੇ ਕਿਸੇ ਨੂੰ ਜਿਵੇਂ ਤੁਸੀਂ ਦੱਸਿਆ ਵੀ ਕਿਸੇ ਨੂੰ ਵਿਜ਼ਿਟ ਨਹੀਂ ਕਰਨਾ, ਤੇ ਇੱਕੋ ਦਮ ਮਤਲਬ ਕਹਿ ਲਓ ਸਾਰਾ ਕੁਝ ਹੀ ਉਲਟ ਹੋ ਗਿਆ ਕਿ ਕਿਤੇ ਗੁਰੂ ਘਰ 'ਚ ਆ ਕੇ ਬੰਦੇ ਲੰਗਰ ਛਕਦੇ ਆ ਸੰਗਤਾਂ, ਤੇ ਕਿਤੇ ਉਹਨਾਂ ਨੂੰ ਡਿਲੀਵਰ ਕਰਨਾ, ਤੇ ਫਿਰ ਇੱਥੇ ਪ੍ਰਿਪੇਰੇਸ਼ਨ ਵਾਸਤੇ ਵੀ ਡਿਸਟੈਂਸ ਰੱਖਣੇ, ਤੇ ਇਹ ਸਾਰੀਆਂ ਚੀਜ਼ਾਂ ਨੂੰ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਤੇ ਅਸੀਂ ਕੋਸ਼ਿਸ਼ ਕੀਤੀ ਵੀ ਪਹਿਲਾਂ 2-3 ਕੁ ਜਾਣੇ ਸੀਗੇ ਡਿਲੀਵਰੀ ਵਾਸਤੇ, ਫਿਰ ਜਿਸ ਤਰ੍ਹਾਂ ਇਹਦਾ ਪੋਸਟਰ ਬਣਾ ਕੇ ਪ੍ਰਚਾਰ ਕੀਤਾ ਗਿਆ, ਹੋਰ ਸੇਵਾਦਾਰ ਮੂਹਰੇ ਆਏ ਤੇ ਉਹ ਨਾਲ ਜੁੜ ਗਏ, ਜਿਹਦੇ ਨਾਲ ਬਹੁਤ ਸਹਿਯੋਗ ਮਿਲਿਆ ਗੁਰਦੁਆਰਾ ਸਾਹਿਬ ਨੂੰ ਇਹ ਸੇਵਾ ਨੂੰ ਸੰਪੂਰਨ ਜਿਸ ਤਰ੍ਹਾਂ ਚਲਾ ਰਹੇ ਆ ਚਲਾਉਣ ਵਿੱਚ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਨ ਚੀਜ਼ ਸੀਗੀ ਜਿਹੜੀ ਗਾਈਡਲਾਈਨਸ ਨੂੰ ਫੋਲੋ ਕਰਨਾ, ਤੇ ਜਿਹੜੀ ਸੰਗਤ ਜਿਹੜੀ ਗੁਰਦੁਆਰਾ ਸਾਹਿਬ ਨੂੰ ਐਜ਼ ਅ ਬਿਜ਼ਨਸ ਰਜਿਸਟਰ ਕੀਤੇ ਹੁੰਦੇ ਨੇ ਜਿਵੇਂ ਇੱਥੇ ਗਵਰਨਮੈਂਟ ਦੇ ਰੂਲਸ 'ਚ, ਤਾਂ ਇਹਨਾਂ ਦੇ ਉੱਤੇ ਫਾਈਨ ਵੀ ਤਕਰੀਬਨ $1,00,000 ਤੱਕ ਦਾ ਸੀਗਾ, ਤੇ ਉਸ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇੱਕ ਆਰਗੇਨਾਈਜੇਸ਼ਨ ਆ ਜਾਂਦਾ, ਕਿਉਂਕਿ ਆਰਗੇਨਾਈਜੇਸ਼ਨ ਹੈ ਤੇ ਇੰਡੀਵਿਜੂਅਲ ਫਾਈਨ ਨਹੀਂ, ਤਾਂ ਦੂਸਰਾ ਆਰਗੇਨਾਈਜੇਸ਼ਨਲ ਫਾਈਨ ਕਾਫੀ ਵੱਡਾ ਅਮਾਊਂਟ ਹੈ, ਤੇ ਉਸ ਨੂੰ ਮੁੱਖ ਰੱਖਦੇ ਹੋਏ ਵੀ ਥੋੜ੍ਹੀਆਂ ਚੀਜ਼ਾਂ ਚੇਂਜ ਕੀਤੀਆਂ ਇੱਥੇ। ਤੇ ਨਾਲ ਦੀ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਦੀ ਜਦੋਂ ਗੱਲ ਗੁਰੂ ਸਾਹਿਬ ਨੇ ਜਦੋਂ ਵੀ ਤੋਰੀ ਸੀਗੀ, ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਹੋ ਜਿਹੀਆਂ ਦਿੱਕਤਾਂ ਗੁਰੂ ਸਾਹਿਬ ਨੇ ਆਪੇ ਹੀ ਉਹਨਾਂ ਤੋਂ ਬਚਾ ਕੇ ਰੱਖਣਾ ਸੀ। ਤੇ ਪੁਲਿਸ ਵੀ ਆਈ, ਪੁਲਿਸ ਨਾਲ ਫਿਰ ਅਸੀਂ ਜਾ ਕੇ ਮੀਟਿੰਗ ਵੀ ਕੀਤੀ, ਸਪੈਸ਼ਲ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਆਪਾਂ ਜੋ ਕਰ ਰਹੇ ਹਾਂ ਇਹ ਇਸ ਟਾਈਮ ਦੀ ਕਮਿਊਨਿਟੀ ਦੀ ਲੋੜ ਹੈ, ਹਰ ਇੱਕ ਕਾਮਨ ਸੈਂਸ ਦੀ ਇੱਕ ਗੱਲ ਸੀ। ਹਾਂਜੀ, ਤਾਂ ਉਹਨਾਂ ਨੇ ਪਹਿਲਾਂ ਇੱਕ ਦਿਨ ਆਈ ਪੁਲਿਸ, ਇੱਥੇ ਵਾਰਨਿੰਗ ਵੀ ਦੇ ਕੇ ਗਈ ਵੀ ਇੱਥੇ ਗੇਟ ਬੰਦ ਕਰੋ, ਤੇ ਫਿਰ ਅਸੀਂ ਪਿਕਅਪ ਤੇ ਥੋੜੀ ਜਿਹੀ ਰਿਸਟ੍ਰਿਕਸ਼ਨ ਲਾਤੀ ਸੀ ਵੀ ਚਲੋ ਅਸੀਂ ਡਰਾਈਵਰ ਹੋਰ ਮਿਲ ਰਹੇ ਨੇ ਸੇਵਾਦਾਰ, ਤਾਂ ਆਪਾਂ ਉਹਨਾਂ ਨੂੰ ਵੀ ਡਿਲੀਵਰੀ ਕਰ ਦੇਵਾਂਗੇ, ਤਾਂ ਪਿਕਅਪ ਦੇ ਵੀ ਆਂਦੇ ਅਸੀਂ ਕੁਝ ਕੁ ਬੰਦਿਆਂ ਨੂੰ ਇਹ ਕਿਹਾ ਵੀ ਅਸੀਂ ਤੁਹਾਡੇ ਘਰ ਹੀ ਦੇਵਾਂਗੇ ਤਾਂ ਕਿ ਇੱਥੇ ਵੀ ਰਸ਼ ਨਾ ਹੋਵੇ। ਤਾਂ ਪੁਲਿਸ ਨਾਲ ਫਿਰ ਇੱਥੇ ਵਿੰਡਮ ਨਾਰਥ ਪੁਲਿਸ ਸਟੇਸ਼ਨ ਦੇ ਸੀਨੀਅਰ ਸਰਜਨ ਨਾਲ ਵੀ ਗੱਲ ਹੋਈ, ਤੇ ਉਹਨੇ ਫਿਰ ਇਹੀ ਕਿਹਾ ਵੀ ਤੁਸੀਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅੰਦਰ ਪ੍ਰਿਪੇਅਰ ਕਰੋ, ਡਿਲੀਵਰੀ ਕਰੋ, ਤੇ ਸਾਨੂੰ ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ, ਬਟ ਵੈਸੇ ਜਿਹੜੀ ਸੰਗਤ ਦੀ ਆਵਾਜਾਈ ਹੈ ਉਹਦੇ 'ਤੇ ਥੋੜ੍ਹਾ ਜਿਹਾ ਕੰਟਰੋਲ ਕਰੋ, ਤੇ ਬਾਹਰ ਨੋਟਿਸ ਬੋਰਡ ਲਾ ਦਿਓ। ਸੋ ਪ੍ਰੀਤਮ ਸਿੰਘ ਜੀ, ਸੰਗਤ ਦੀ ਕਦੇ ਗਿਣਤੀ ਗੁਰਦੁਆਰੇ ਦੇ ਵਿੱਚ ਨਹੀਂ ਕੀਤੀ, ਗੁਰਦੁਆਰਾ ਸਾਹਿਬਾਨ ਦੇ ਵਿੱਚ ਕਦੇ ਨਹੀਂ ਕੀਤੀ। ਸੋ ਇੱਕ ਆਮ ਕਹਾਵਤ ਆ ਕਿ ਜਿੰਨੀ ਸੰਗਤ ਆਵੇ ਓਨੀ ਹੀ ਥੋੜ੍ਹੀ। ਸੋ ਇਹ ਕਹਾਵਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਰ ਫਿਰ ਵੀ ਮੈਨੂੰ ਇਹ ਸਵਾਲ ਥੋੜ੍ਹਾ ਜਿਹਾ ਪੁੱਛਣਾ ਪੈ ਰਿਹਾ ਹੈਗਾ ਕਿ ਹਜੇ ਤੱਕ ਕਿੰਨੇ ਕੁ ਤੁਸੀਂ ਮੀਲ ਡਿਲੀਵਰ ਕਰ ਚੁੱਕੇ ਹੋ ਜਦੋਂ ਤੋਂ ਇਹ ਜਿਹੜੀ ਸਰਵਿਸ ਸ਼ੁਰੂ ਹੋਈ ਆ, ਲੰਗਰ ਘਰ ਦੇ ਵਿੱਚ ਡਿਲੀਵਰ ਕਰਨ ਦੀ ਸਰਵਿਸ ਆ ਜਿਹੜੀ ਸ਼ੁਰੂ ਹੋਈ ਆ, ਉਦੋਂ ਤੋਂ ਲੈ ਕੇ ਅੱਜ ਤੱਕ, ਅਤੇ ਅਜੇ ਭਵਿੱਖ ਦੇ ਵਿੱਚ ਕਿੰਨੇ ਕੁ ਸਮੇਂ ਤੱਕ ਇਹ ਚੱਲੇਗਾ? ਕੀ ਤੁਹਾਨੂੰ ਇਹ ਤੋਂ ਉਮੀਦ ਹੈ ਜਾਂ ਕੀ ਅੰਦਾਜ਼ਾ ਤੁਹਾਡਾ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 23 ਤਰੀਕ ਤੋਂ ਇਹ ਲੰਗਰ ਦੀ ਸੇਵਾ ਸ਼ੁਰੂ ਹੋਈ, ਤੇ 1-2 ਦਿਨ ਲੱਗੇ ਨੰਬਰ ਵਧਣ 'ਚ, ਤੇ ਤਕਰੀਬਨ ਤੀਜੇ ਚੌਥੇ ਕੁ ਦਿਨ 'ਚ ਜਾ ਕੇ ਐਵਰੇਜ 70 ਮੀਲ ਡਿਲੀਵਰੀ ਹੁੰਦੀ ਸੀਗੀ, ਤੇ ਅਰਾਊਂਡ 35 ਤੋਂ 40 ਮੀਲ ਪਿਕਅਪ ਹੋ ਜਾਂਦੇ ਸੀ, ਤੇ ਇਹ ਔਨ ਐਵਰੇਜ ਇਹੀ 110 ਮੀਲ ਦਾ ਤਕਰੀਬਨ ਰਿਹਾ, ਤੇ ਐਵਰੀ ਡੇ ਦੀ ਇਹੀ ਚੱਲਦੀ ਰਹੀ ਹੈ, ਤੇ ਅੱਜ ਕਹਿ ਲਓ 60 ਦਿਨ ਹੋ ਚੁੱਕੇ ਨੇ ਇਹ ਸੇਵਾ ਚੱਲਦੀ ਨੂੰ। ਤੇ ਹੁਣ ਜਦੋਂ ਥੋੜ੍ਹਾ ਜਿਹਾ ਰਿਸਟ੍ਰਿਕਸ਼ਨਸ ਘਟੀਆਂ ਨੇ ਜਿਹੜੀਆਂ, ਉਹਦੇ 'ਚ ਸੰਗਤ ਗੁਰਦੁਆਰਾ ਸਾਹਿਬ ਆ ਰਹੀ ਹੈ ਮੱਥਾ ਟੇਕਣ, ਤਾਂ ਉਹਦੇ ਵਾਸਤੇ ਲੰਗਰ ਫਿਰ ਹੋਰ ਜ਼ਿਆਦਾ ਬਣਾ ਰਹੇ ਹਾਂ, ਹੁਣ ਪੈਕ ਕਰਕੇ ਵੀ ਜ਼ਿਆਦਾ ਰੱਖਿਆ ਜਾਂਦਾ ਹੈ, ਤਾਂ ਕਿ ਜਿਹੜੀ ਕਿਉਂਕਿ ਜਿਸ ਤਰ੍ਹਾਂ ਹਲੇ ਵੀ ਰਿਸਟ੍ਰਿਕਸ਼ਨ ਹੈ ਕਿ ਬੈਠ ਕੇ ਨਹੀਂ ਛਕ ਸਕਦੇ, ਤਾਂ ਇਸ ਕਰਕੇ ਜਿਹੜੀ ਆਈ ਸੰਗਤ ਹੈ ਉਹਨਾਂ ਨੂੰ ਵੀ ਅਸੀਂ ਪੈਕ ਕਰਕੇ ਹੀ ਦੇ ਦਿੰਦੇ ਹਾਂ। ਤੇ ਇਹ ਜਦੋਂ ਤੱਕ ਇਸ ਤਰ੍ਹਾਂ ਚੱਲਣਾ ਹੈ, ਗੁਰੂ ਸਾਹਿਬ ਦੇ ਲੰਗਰ ਕਦੇ ਬੰਦ ਨਹੀਂ ਹੁੰਦਾ, ਗੁਰਦੁਆਰਾ ਸਾਹਿਬ 24 ਘੰਟੇ ਲੰਗਰ ਚੱਲਣੇ ਚਾਹੀਦੇ ਆ। ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਬਿਲਕੁਲ ਲੰਗਰ ਦੀ ਗੱਲ ਸਦੀਆਂ ਤੋਂ ਤੁਰਦੀ ਆ ਰਹੀ ਆ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਸੰਗਤਾਂ ਦੇ ਵੱਲੋਂ ਸਿੱਧਾ ਭੇਟ ਕੀਤਾ ਜਾਂਦਾ ਸੀ, ਸੋ ਮਾਇਆ ਵੀ ਭੇਟ ਕੀਤੀ ਜਾਂਦੀ ਸੀ। ਹੁਣ ਸੰਗਤਾਂ ਤਾਂ ਘੱਟ ਆ ਰਹੀਆਂ ਨੇ, ਫਿਰ ਜਿਹੜਾ ਸਿੱਧਾ ਹੈਗਾ ਜਾਂ ਜਿਹੜਾ ਗਰੋਸਰੀ ਆ ਉਹ ਅਵੇਲੇਬਲ ਕਰਨ ਵੀ, ਚਾਹੇ ਪੈਸੇ ਹੋਣ ਵੀ ਅਵੇਲੇਬਲ ਕਰਨ ਵੀ ਕਾਫੀ ਔਖੀ ਹੁੰਦੀ ਉਹ, ਫਿਰ ਉਸ ਦਾ ਕਿਵੇਂ ਪ੍ਰਬੰਧ ਕਰਦੇ ਹੋ?
ਨਹੀਂ, ਇਹ ਤਾਂ ਦੇਖੋ ਜੀ ਗੁਰੂ ਸਾਹਿਬ ਦੀ ਕਿਰਪਾ, ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਚੱਲਦਾ ਹੈ। ਤੇ ਪਹਿਲਾਂ ਵੀ ਇੱਕ ਦੋ ਵੀਰਾਂ ਨੇ ਸੁਝਾਅ ਦਿੱਤਾ ਸੀ ਵੀ ਆਪਾਂ ਥੋੜਾ ਜਿਹਾ ਕੰਟਰੋਲਡ ਚੱਲੀਏ ਕਿ ਆਪਣਾ ਸਟੋਰ ਰਾਸ਼ਨ ਘਟ ਨਾ ਜਾਵੇ। ਤੇ ਉਦੋਂ ਫਿਰ ਉਹਨਾਂ ਨੂੰ ਇਹੀ ਦੱਸਿਆ ਵੀ ਗੁਰੂ ਸਾਹਿਬ ਦੇ ਦਿੱਤੇ ਲੰਗਰ ਦੀ ਸੇਵਾ 'ਚੋਂ ਕੋਈ ਚੀਜ਼ ਦੀ ਤੋੜ ਨਹੀਂ ਆਣੀ। ਤੇ ਇਸੇ ਤਰ੍ਹਾਂ ਹੀ ਹੋਇਆ ਜਦੋਂ ਫੇਸਬੁੱਕ ਤੇ ਅਪੀਲ ਕੀਤੀ ਸੰਗਤ ਨੂੰ, ਜਦੋਂ ਜਿਹੜੇ ਸਮਾਨ ਦੀ ਲੋੜ ਪਈ, ਲੋੜ ਤੋਂ ਵੱਧ ਉਹਨਾਂ ਨੇ ਹੋਰ ਪਹੁੰਚਦਾ ਕੀਤਾ। ਤੇ ਇਹਦੇ ਵਿੱਚ ਜਿਵੇਂ ਗੁਰਦੁਆਰਾ ਸਾਹਿਬ ਦੇ ਗੇਟ ਕੋਲੇ ਵੀ ਟਰਾਲੀ ਰੱਖੀ ਗਈ ਤੇ ਉਹਦੇ 'ਚ ਵੀ ਆ ਕੇ ਪਾ ਕੇ ਚਲੇ ਜਾਂਦੇ ਸੀ। ਤੇ ਹੋਰ ਇੱਕ ਦੋ ਸੇਵਾਦਾਰ ਨੇ ਜਿਨ੍ਹਾਂ ਨੇ ਆਪਦੇ ਘਰ ਇਕੱਠਾ ਕੀਤਾ ਲੰਗਰ, ਕਿਉਂਕਿ ਗੁਰਦੁਆਰਾ ਸਾਹਿਬ ਪਰ ਦਿੱਕਤ ਇਹ ਹੁੰਦੀ ਸੀ, ਕਈ ਆ ਕੇ ਬਾਹਰ ਕਹਿੰਦੇ ਸੀ ਜੀ ਗੇਟ ਬੰਦ ਹੈ ਤੇ ਸਮਾਨ ਲੈ ਕੇ ਆਉਂਦੇ ਸੀ, ਫਿਰ ਬਾਰ-ਬਾਰ ਤਾਲੇ ਖੋਲ੍ਹਣੇ ਪੈਂਦੇ ਸੀ। ਫਿਰ ਅਸੀਂ ਉਹਦੀ ਅਰੇਂਜਮੈਂਟ ਕੀਤੀ, ਟਾਰਨਟ 'ਚ ਕਿਸੇ ਦੇ ਘਰ ਉਹਨਾਂ ਦਾ ਐਡਰੈਸ ਦਿੱਤਾ ਕਿ ਉੱਥੇ ਤੁਸੀਂ ਡ੍ਰੌਪ ਕਰੋ, ਉੱਥੋਂ ਫਿਰ ਅਸੀਂ ਵੈਨ 'ਚ ਲਿਆਵਾਂਗੇ। ਤਾਂ ਉਹ ਫਿਰ ਰਾਸ਼ਨ ਇੰਨਾ ਜ਼ਿਆਦਾ ਵੀ ਆ ਗਿਆ ਸੀ ਕਿ ਆਪਾਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਫਿਰ ਸਿੱਖ ਵੋਲੰਟੀਅਰਸ ਆਸਟ੍ਰੇਲੀਆ ਵਾਲੇ ਜਿਹੜੇ ਸਾਊਥ ਈਸਟ 'ਚ, ਜਿਹੜੇ ਕਿ ਤਕਰੀਬਨ 800 ਮੀਲ ਰੋਜ਼ ਦੇ ਕਰ ਰਹੇ ਨੇ, ਤੇ ਉਹਨਾਂ ਨੂੰ ਜ਼ਿਆਦਾ ਲੋੜ ਸੀਗੀ ਤੇ ਆਪਣੇ ਕੋਲ ਵੱਧ ਆ ਚੁੱਕਿਆ ਸੀ, ਤਾਂ ਇਸ ਕਰਕੇ ਥੋੜ੍ਹਾ ਜਿਹਾ ਸਮਾਨ ਫਿਰ ਅਸੀਂ ਉੱਥੇ ਵੀ ਪਹੁੰਚਦਾ ਕੀਤਾ ਤੇ ਕੋਈ ਕਮੀ ਨਹੀਂ ਹੈਗੀ ਰਾਸ਼ਨ ਦੀ। ਸੋ ਪ੍ਰੀਤਮ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਸਾਰੇ ਹੀ ਵਲੰਟੀਅਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸੰਗਤਾਂ ਨੂੰ ਘਰ ਘਰ ਦੇ ਵਿੱਚ ਜਾ ਕੇ, ਲੋੜਵੰਦਾਂ ਨੂੰ ਘਰ ਘਰ ਦੇ ਵਿੱਚ ਜਾ ਕੇ, ਵੱਖ-ਵੱਖ ਕਮਿਊਨਿਟੀਜ਼ ਦੇ ਲੋਕਾਂ ਨੂੰ ਘਰ ਘਰ ਦੇ ਵਿੱਚ ਜਾ ਕੇ ਮੀਲ ਆ ਜਿਹੜਾ ਹੌਟ ਮੀਲ ਆ ਉਹ ਪ੍ਰੋਵਾਈਡ ਕਰਵਾ ਰਹੇ ਆ। ਸੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਸੋ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਜੀ ਸਾਰਾ ਕੁਝ, ਸੰਗਤ ਹੀ ਸੇਵਾ ਹੈ। ਸੰਗਤ ਦੀ ਸੇਵਾ ਕਰਨੀ, ਹੋਰ ਲੋੜਵੰਦਾਂ ਦੀ ਸੇਵਾ ਕਰਨੀ, ਇਹ ਸਿੱਖਾਂ ਦਾ ਫਰਜ਼ ਹੈ। ਤੇ ਦੂਜੀਆਂ ਕਮਿਊਨਿਟੀਜ਼ 'ਚ ਵੀ ਲੰਗਰ ਜਾ ਰਿਹਾ, ਉਹਨਾਂ ਨੇ ਵੀ ਕਾਫੀ ਐਪਰੀਸ਼ੀਏਟ ਕੀਤਾ ਸਿੱਖਾਂ ਨੂੰ ਇਸ ਲੰਗਰ ਸੇਵਾ ਦੇ ਵਿੱਚ। ਇਹ ਮਤਲਬ ਕਹਿ ਲਓ ਕਿ ਮੈਂ ਇੰਗਲਿਸ਼ 'ਚ ਕਹਿੰਦਾ ਦਿਸ ਇਜ਼ ਦ ਲੀਸਟ ਵੀ ਕੁਡ ਡੂ। ਮਤਲਬ ਇਸ ਤੋਂ ਇਦੋਂ ਥੱਲੇ ਨਹੀਂ, ਮਤਲਬ ਇਸ ਤੋਂ ਉੱਪਰ ਹੀ ਕੁਝ ਹੋ ਸਕਦਾ ਹੋਰ ਵੀ ਜੇ ਕਰਨਾ ਹੈ, ਕਿਉਂਕਿ ਇਹ ਤਾਂ ਬਿਲਕੁਲ ਥੋੜ੍ਹੀ ਜਿਹੀ ਲੋੜ ਹੈ। ਆਮ ਛੱਤ ਵੀ ਕਿਸੇ ਦੇ ਕੋਲ ਹੈਗੀ ਹੈ, ਬਟ ਜੇ ਖਾਣਾ ਵੀ ਚਾਹੀਦਾ ਉਹਨੂੰ, ਤਾਂ ਆਪਾਂ ਉਹ ਤਾਂ ਮਾੜੀ ਜਿਹੀ ਚੀਜ਼ ਕੀਤੀ ਹੈ। ਬਟ ਹਾਲੇ ਸਟੂਡੈਂਟਾਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਨੇ, ਕਈਆਂ ਨੂੰ ਫੋਨ ਆਉਂਦੇ ਨੇ ਵੀ ਉਹਨਾਂ ਨੂੰ ਰੈਂਟ ਦੀ ਵੀ ਦਿੱਕਤ ਹੈ। ਇਹਦੇ ਬਾਰੇ ਵੀ ਕਮਿਊਨਿਟੀ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਮੈਂਟ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਉਸ ਪਾਸੇ ਜੇ ਕੁਛ ਪਾਸੇ ਹੋਰ ਹੈਲਪ ਵਧਾਈ ਜਾ ਸਕੇ ਤਾਂ ਉਹਦੇ ਵੀ ਉਪਰਾਲੇ ਕੀਤੇ ਜਾਣ। ਜੀ, ਸੋ ਇਹ ਸੀ ਗੁਰਦੁਆਰਾ ਸਾਹਿਬ ਟਾਰਨੇਟ ਦੇ ਵਿੱਚ ਸਰਦਾਰ ਪ੍ਰੀਤਮ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ, ਜੋ ਸੇਵਾ ਨਿਭਾ ਰਹੇ ਨੇ ਆਪਣੇ ਹੋਰ ਸਿੱਖ ਵਲੰਟੀਅਰਸ ਦੇ ਨਾਲ ਰਲ ਕੇ ਘਰਾਂ ਦੇ ਵਿੱਚ ਲੰਗਰ ਪਹੁੰਚਾਉਣ ਦੀ। ਬਹੁਤ ਹੀ ਜਲਦ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਅਤੇ ਹੋਰ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਇਸ ਗੱਲਬਾਤ ਨੂੰ ਤੁਸੀਂ ਅੱਗੇ ਸਾਂਝਾ ਕਰਨਾ ਨਾ ਭੁੱਲਣਾ। WhatsApp ਦੇ ਉੱਤੇ, Facebook ਦੇ ਉੱਤੇ, YouTube ਦੇ ਉੱਤੇ, ਜਿੱਥੇ ਵੀ ਤੁਹਾਨੂੰ ਇਹ ਗੱਲਬਾਤ ਦੇਖਣ ਨੂੰ ਮਿਲ ਰਹੀ ਆ, ਜ਼ਰੂਰ ਇਸ ਨੂੰ ਅੱਗੇ ਸਾਂਝਾ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ